Hello everyone, welcome to my YouTube channel IELTS with MK। I hope guys ਤੁਸੀਂ ਸਾਰੇ ਜਾਣੇ ਵਧੀਆ ਹੋਣਗੇ। ਤੇ guys ਅੱਜ ਇਸ ਵੀਡੀਓ ਦੇ ਵਿੱਚ ਮੈਂ ਆਪਣੀ ਆਨਲਾਈਨ ਕਲਾਸ ਦਾ ਡੈਮੋ ਸੈਸ਼ਨ ਤੁਹਾਡੇ ਨਾਲ ਡਿਸਕਸ ਕਰਨ ਲੱਗੀ ਹਾਂ ਰੀਡਿੰਗ ਮੋਡਿਊਲ ਦਾ, ਕਿਉਂਕਿ ਕਾफ़ी ज़्यादा ਬੱਚਿਆਂ ਦੀ ਕਮੈਂਟਸ ਆਏ ਸੀ ਇਸ ਦੇ ਰਿਗਾਰਡਿੰਗ, ਸੋ ਦੈਟਸ ਵਾਈ ਅੱਜ ਮੈਂ ਅਪਲੋਡ ਕਰਨ ਲੱਗੀ ਹਾਂ। ਐਂਡ ਜਿਹੜੀ ਮੇਰੀ ਆਨਲਾਈਨ ਕਲਾਸ ਦਾ ਬੈਚ ਹੈ ਉਹ 1 ਸਤੰਬਰ ਨੂੰ ਸਟਾਰਟ ਹੋਣ ਵਾਲਾ ਆ। ਸਿੰਗਲ ਮੋਡਿਊਲ ਦੀ ਕਲਾਸ ਵੀ ਅਵੇਲੇਬਲ ਆ। ਅਗਰ ਕੋਈ ਬੱਚਾ ਕੱਲ੍ਹ ਤੱਕ ਫੀਸ ਨੂੰ ਡਿਪੋਜ਼ਿਟ ਕਰਵਾਉਂਦਾ ਆ ਸੋ ਉਹਨੂੰ 900 ਪਰ ਮੋਡਿਊਲ ਡਿਪੋਜ਼ਿਟ ਕਰਵਾਉਣੇ ਪੈਣੇ ਆ। ਉਸ ਤੋਂ ਬਾਅਦ ਜਿਹੜੀ ਫੀ ਆ ਉਹ 1200 ਪਰ ਮੋਡਿਊਲ ਹੋ ਜੂਗੀ। ਠੀਕ ਹੈ, ਜੋ ਮਾਰਨਿੰਗ ਬੈਚ ਹੈ ਉਹ 10:30 ਹੁੰਦਾ ਆ, ਈਵਨਿੰਗ ਬੈਚ 4:30 ਹੁੰਦਾ ਆ। ਜੇ ਕੋਈ ਵੀ ਬੱਚਾ ਇੰਟਰਸਟਡ ਹੈਗਾ ਆ ਮੇਰੀ ਆਨਲਾਈਨ ਕਲਾਸ ਦੇ ਵਿੱਚ ਸੋ ਇਸ ਗਿਵਨ ਨੰਬਰ ਦੇ ਉੱਤੇ ਮੈਸੇਜ ਕਰ ਸਕਦਾ ਆ। ਬਾਕੀ ਤੁਸੀਂ ਵੀਡੀਓਜ਼ ਹੋਰ ਵੀ ਚੈੱਕਆਊਟ ਕਰ ਸਕਦੇ ਹੋ ਡੈਮੋ ਲਈ ਵੀ। ਤੁਹਾਨੂੰ ਕਾफ़ी ज़्यादा ਸਟੂਡੈਂਟਸ ਨੂੰ ਆਨਸਰ ਯਾਦ ਵੀ ਹੋਣਗੇ, ਜਿਨ੍ਹਾਂ ਨੇ ਫੋਕਸ ਦੇ ਨਾਲ ਕੀਤਾ ਹੋਊਗਾ ਉਹਨਾਂ ਨੂੰ ਆਨਸਰਸ ਯਾਦ ਹੋਣਗੇ। ਸੇਮ ਉਹੀ ਪੈਸੇਜ ਆ ਪ੍ਰਾਈਵੇਟ ਸਕੂਲਸ ਵਾਲਾ। ਸੋ ਇੱਥੇ ਕੀ ਹੈਗਾ ਆਪਣੇ ਕੋਲ ਬੇਸਿਕਲੀ ਜਦੋਂ ਵੀ ਫਿਲਿੰਗ ਦੀ ਬਲੈਂਕਸ ਆ ਜਾਂਦੀਆਂ ਆ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਆਨਸਰ ਕਿੰਨੇ ਵਰਡ ਦਾ ਆਊਗਾ। ਸੋ ਆਨਸਰ ਆ 1 ਵਰਡ ਆਊਗਾ। ਠੀਕ ਹੈ, ਇੰਸਟਰਕਸ਼ਨਸ ਦੇ ਵਿੱਚ ਆ ਕਿ ਆਨਸਰ ਸਿਰਫ 1 ਵਰਡ ਹੀ ਆਊਗਾ। ਹੁਣ ਆਪਾਂ ਫਸਟ ਕੁਐਸਚਨ ਨੂੰ ਰੀਡ ਕਰਦੇ ਹਾਂ, ਤੋਂ ਬਾਅਦ ਜਿਹੜਾ ਹੈਗਾ ਆਪਾਂ ਕੀ ਕਰਾਂਗੇ ਲੋਕੇਸ਼ਨ 'ਤੇ ਜਾਊਂਗੇ। ਹੁਣ ਇੱਥੇ ਦੇਖੋ the fact that there are so many private schools in England, ਕਹਿੰਦੇ ਪ੍ਰਾਈਵੇਟ ਸਕੂਲਸ ਬਹੁਤ ਜ਼ਿਆਦਾ ਨੇ ਇੰਗਲੈਂਡ ਦੇ ਵਿੱਚ in comparison to other countries, ਦੂਸਰੀਆਂ ਕੰਟਰੀਆਂ ਦੇ ਕੰਪੈਰੀਜ਼ਨ ਅਗਰ ਆਪਾਂ ਦੇਖੀਏ ਤਾਂ ਜ਼ਿਆਦਾ ਪ੍ਰਾਈਵੇਟ ਸਕੂਲ ਇੰਗਲੈਂਡ ਦੇ ਵਿੱਚ ਹੈਗੇ ਆ। ਮੇਕਸ ਐਜੂਕੇਸ਼ਨ ਸਿਸਟਮ ਡੈਸ਼, ਉਹਨਾਂ ਨੇ ਐਜੂਕੇਸ਼ਨ ਸਿਸਟਮ ਨੂੰ ਇਹ ਬਣਾ ਦਿੱਤਾ ਆ। ਆਪਾਂ ਦੇਖਣਾ ਕਿ ਐਜੂਕੇਸ਼ਨ ਸਿਸਟਮ ਨੂੰ ਬਣਾਇਆ ਕੀ ਹੈਗਾ ਆ। ਹੁਣ ਇੱਥੇ ਆਪਣਾ ਕੀਵਰਡ ਕੀ ਹੋਊਗਾ, ਉਹ ਹੈਗਾ ਇੰਗਲਿਸ਼ ਐਜੂਕੇਸ਼ਨ ਸਿਸਟਮ। ਆਪਾਂ ਦੇਖਣਾ ਕੀ ਆ ਬਣਾਇਆ ਕੀ ਆ ਉਹਨਾਂ ਨੇ। ਠੀਕ ਹੈ, ਆਨਸਰ ਚੈਟ ਦੇ ਵਿੱਚ ਮੈਂਸ਼ਨ ਕਰ ਦਿਓ ਆਪਣਾ। ਠੀਕ ਹੈ ਨਾ, ਕਿ ਬਣਾਇਆ ਕੀ ਆ ਉਹਨਾਂ ਨੇ। ਸੀ ਇੰਗਲਿਸ਼ ਐਜੂਕੇਸ਼ਨ ਸਿਸਟਮ ਦੀ ਗੱਲ ਕਿੱਥੇ ਹੋ ਰਹੀ ਆ ਰਿਹਾ ਇੰਗਲਿਸ਼ ਐਜੂਕੇਸ਼ਨ ਸਿਸਟਮ। ਹੁਣ ਇੱਥੇ ਦੇਖੋ ਬਣਾਇਆ ਕੀ ਆ ਉਹਨੂੰ, ਐਜੂਕੇਸ਼ਨ ਸਿਸਟਮ ਨੂੰ ਕੀ ਬਣਾਇਆ ਹੈ ਉਹਨਾਂ ਨੇ। ਦੈਨ ਤੁਸੀਂ ਦੇਖੋ ਹੁਣ ਇੱਥੋਂ ਸਟਾਰਟ ਹੋ ਰਿਹਾ ਹੈ ਆਪਣਾ। ਠੀਕ ਹੈ, ਦੇਖੋ ਇੰਗਲਿਸ਼ ਐਜੂਕੇਸ਼ਨ ਸਿਸਟਮ ਕੀ ਬਣਿਆ ਇਹਦੇ ਕਰਕੇ। ਆਨਸਰ ਦੱਸੋ ਮੈਨੂੰ। ਕਿੰਨੇ ਵਰਡ ਨੇ ਮੈਮ? 2 ਕੇ 3 ਜੀ? 1 ਵਰਡ ਆਨਸਰ। ਓਕੇ, ਹਾਂਜੀ ਆਨਸਰ ਯੂਨੀਕ ਹੀ ਹੈਗਾ ਆ। ਕਿਉਂ ਯੂਨੀਕ? ਪਿੱਛੇ ਸਾਨੂੰ ਕੁਐਸਚਨ ਸੀਗਾ ਕਿ ਪ੍ਰਾਈਵੇਟ ਸਕੂਲ ਨੇ ਇੰਗਲਿਸ਼ ਐਜੂਕੇਸ਼ਨ ਸਿਸਟਮ ਨੂੰ ਇਹ ਬਣਾ ਦਿੱਤਾ। ਆਪਾਂ ਦੇਖਣਾ ਸੀ ਬਣਾਇਆ ਕੀ ਆ। ਸੋ ਇੱਥੇ ਕੀ ਹੈਗਾ ਕਿ ਇੰਗਲਿਸ਼ ਐਜੂਕੇਸ਼ਨ ਸਿਸਟਮ ਯੂਨੀਕ ਆ। ਉਹਦੇ ਪਿੱਛੇ ਫੈਕਟ ਕੀ ਹੈਗਾ ਆ, ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਸ ਅਵੇਲੇਬਲ ਆ। ਗੱਲ ਤਾਂ ਉਹੀ ਆ, ਉੱਥੇ ਪ੍ਰਾਈਵੇਟ ਸਕੂਲ ਦੀ ਗੱਲ ਪਹਿਲਾਂ ਕੀਤੀ ਹੋਈ ਸੀ ਐਂਡ ਇੰਗਲਿਸ਼ ਐਜੂਕੇਸ਼ਨ ਸਿਸਟਮ ਦੀ ਬਾਅਦ ਵਿੱਚ ਕੀਤੀ ਹੋਈ ਸੀ। ਇੱਥੇ ਕੀ ਆ, ਐਜੂਕੇਸ਼ਨ ਦੀ ਪਹਿਲਾਂ ਕੀਤੀ ਹੋਈ ਆ ਐਂਡ ਸਕੂਲਸ ਦੀ ਬਾਅਦ ਦੇ ਵਿੱਚ ਕੀਤੀ ਹੋਈ ਆ। ਲੇਕਿਨ ਬਣਿਆ ਕੀ ਹੈ, ਇੰਗਲਿਸ਼ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਯੂਨੀਕ ਬਣਿਆ ਆ। ਠੀਕ ਹੈ, ਐਜੂਕੇਸ਼ਨ ਸਿਸਟਮ ਯੂਨੀਕ ਮਤਲਬ ਡਿਫਰੈਂਟ ਬਣਿਆ ਹੈਗਾ ਆ। ਠੀਕ ਹੈ, ਐਂਡ ਆਨਸਰ ਕੈਪੀਟਲ ਲੈਟਰਸ ਦੇ ਵਿੱਚ ਤੁਸੀਂ ਲਿਖ ਦੇਣਾ ਕੀ ਬਣਿਆ, ਇੰਗਲਿਸ਼ ਐਜੂਕੇਸ਼ਨ ਸਿਸਟਮ ਯੂਨੀਕ ਹੈਗਾ ਆ। ਹੁਣ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਮੋਸਟ ਸਟੂਡੈਂਟਸ ਇਨ ਦੀਜ਼ ਸਕੂਲਸ ਫਰੋਮ ਡੈਸ਼ ਫੈਮਲੀਜ਼। ਆਪਾਂ ਦੇਖਣਾ ਕਿ ਇਹਨਾਂ ਸਕੂਲਸ ਦੇ ਵਿੱਚ ਜ਼ਿਆਦਾਤਰ ਸਟੂਡੈਂਟਸ ਕਿਹੜੀ ਫੈਮਲੀ ਤੋਂ ਆਉਂਦੇ ਆ। ਹੁਣ ਦੇਖੋ ਸਕੂਲਸ ਦੀ ਗੱਲ, ਸਟੂਡੈਂਟਸ ਦੀ ਗੱਲ ਤਾਂ ਬਹੁਤ ਵੱਧ ਹੋ ਗਈ ਸੀਗੀ। ਕੱਲ੍ਹ ਜਿਹੜੇ ਆਪਾਂ MCQs ਕੀਤੇ ਸੀ ਉਹਦੇ ਵਿੱਚ ਵੀ ਕਾਫੀ ਵਾਰ ਹੋ ਗਈ ਸੀਗੀ। ਸੋ ਨਿਊ ਵਰਡ ਕੀ ਆ, ਫੈਮਿਲੀਜ਼। ਜਿੱਥੇ ਸਾਨੂੰ ਫੈਮਿਲੀਜ਼ ਦੀ ਗੱਲ ਮਿਲੇਗੀ
ਉਹ ਆਪਣਾ ਆਨਸਰ ਹੋ ਜਾਊਗਾ। ਆਪਾਂ ਦੇਖਣਾ ਕਿ ਜ਼ਿਆਦਾਤਰ ਸਟੂਡੈਂਟ ਕਿਹੜੀ ਫੈਮਿਲੀ ਤੋਂ ਸੀਗੇ। ਸੋ ਲੈਟਸ ਸੀ ਫੈਮਲੀਜ਼। ਸੋ ਆ ਰਿਹਾ ਫੈਮਿਲੀਜ਼। ਸੋ ਦੇਖੋ ਕੀ ਆ ਆਨਸਰ, ਟਾਈਪ ਕਰੋ ਜਲਦੀ। ਜੀ ਮੋਸਟ ਆਫ ਇੱਥੇ ਕੀ ਆ, ਮੈਜੋਰਿਟੀ, ਮਤਲਬ ਤਾਂ ਸੇਮ ਹੈ ਨਾ ਦੋਵਾਂ ਦਾ। ਸੋ ਕਿਹੜੀ ਫੈਮਿਲੀ ਤੋਂ ਸੀਗੇ, ਮਿਡਲ ਕਲਾਸ ਫੈਮਿਲੀ ਤੋਂ। ਇਹ 'ਚ ਹਾਈਫਨ ਹੈ ਨਾ, ਹਾਈਫਨ ਦਾ ਮਤਲਬ ਇੱਕ ਵਰਡ ਹੈ ਪੂਰਾ। ਜੇ ਹਾਈਫਨ ਆ ਜਾਂਦਾ ਉਹਨੂੰ ਆਪਾਂ ਇੱਕ ਵਰਡ ਕੰਸੀਡਰ ਕਰਦੇ ਹਾਂ, ਠੀਕ ਹੈ। ਥੀਜ਼ ਸਟੂਡੈਂਟਸ ਸੀਮਸ ਟੂ ਡੂ ਬੈਟਰ ਐਟ ਐਗਜ਼ਾਮ ਆਲਦੋ ਸਟੈਟਿਕਸ ਕੈਨ ਬੀ ਡੈਸ਼। ਕਹਿੰਦੇ ਕਿ ਇਹ ਸਟੂਡੈਂਟਸ ਵਧੀਆ ਕਰਦੇ ਆ ਐਗਜ਼ਾਮਸ ਦੇ ਵਿੱਚ, ਚਾਹੇ ਸਟੈਟਿਕਸ ਇਹ ਹੈ। ਆਪਾਂ ਦੇਖਣਾ ਸਟੈਟਿਕਸ ਕੀ ਹੈਗਾ। ਸਟੈਟਿਕਸ ਮਤਲਬ ਡਾਟਾ, ਕੀ ਹੈਗਾ ਡਾਟਾ, ਕਿਵੇਂ ਦਾ ਉੱਥੇ ਡਾਟਾ ਹੈਗਾ, ਆਪਾਂ ਉਹ ਦੇਖਾਂਗੇ। ਹੁਣ ਇੱਥੇ ਆਪਾਂ ਦੇਖਦੇ ਹਾਂ ਐਗਜ਼ਾਮ ਅਤੇ ਸਟੈਟਿਕਸ ਦੀ ਗੱਲ ਕਿੱਥੇ ਹੋ ਰਹੀ ਆ। ਸਟੈਟਿਕਸ ਕਿਵੇਂ ਦਾ ਆ ਉਹ ਆਪਾਂ ਫਾਈਂਡ ਆਊਟ ਕਰਨਾ ਆ। ਆ ਮਿਲ ਗਿਆ ਸਟੈਟਿਕਸ, ਆ ਮਿਲ ਗਿਆ ਐਗਜ਼ਾਮੀਨੇਸ਼ਨ। ਸੋ ਕਿਵੇਂ ਦਾ ਹੈ ਡਾਟਾ ਦੇਖੋ। ਸੋ ਉੱਥੇ ਸਾਨੂੰ ਕੀ ਗਿਵਨ ਸੀਗਾ ਕਿ ਵਧੀਆ ਪਰਫੋਰਮ ਕਰਦੇ ਆ ਐਗਜ਼ਾਮੀਨੇਸ਼ਨ ਦੇ ਵਿੱਚ, ਚਾਹੇ ਸਟੈਟਿਕਸ ਉਹਨਾਂ ਦਾ ਇਵੇਂ ਦਾ ਆ। ਆਪਾਂ ਦੇਖਣਾ ਕਿਵੇਂ ਦਾ ਸੀ ਉਹਨਾਂ ਦਾ ਸਟੈਟਿਕਸ। ਉਹਨਾਂ ਨੇ ਕਿਹਾ ਸਟੈਟਿਕਸ ਸੱਚ ਐਜ਼ ਥੀਜ਼ ਕੈਨ ਬੀ ਡਿਸੈਪਟਿਵ। ਸਟੈਟਿਕਸ ਕੀ ਹੈਗਾ ਆ, ਡਿਸੈਪਟਿਵ ਆ, ਠੀਕ ਹੈ। ਡਿਊ ਟੂ ਦ ਫੈਕਟ ਕੀ ਪਿੱਛੇ ਆ, ਕਹਿੰਦੇ ਕਿ ਇਹਦੇ ਕਰਕੇ ਜਿਹੜੇ ਕਲਾਸ 'ਚ ਚਿਲਡਰਨ ਆ ਉਹ ਵਧੀਆ ਪਰਫੋਰਮ ਕਰਦੇ ਆ ਐਗਜ਼ਾਮੀਨੇਸ਼ਨਸ ਦੇ ਵਿੱਚ। ਮਿਡਲ ਕਲਾਸ ਦੇ ਜਿਹੜੇ ਹੈਗੇ ਆ ਸਟੂਡੈਂਟਸ ਉਹ ਵਧੀਆ ਐਗਜ਼ਾਮੀਨੇਸ਼ਨ ਦੇ ਵਿੱਚ ਪਰਫੋਰਮ ਕਰਦੇ ਆ, ਚਾਹੇ ਉਹਨਾਂ ਦਾ ਡਾਟਾ ਡਿਸੈਪਟਿਵ ਆ। ਉੱਥੇ ਸੀਗਾ ਕਿ ਉਹ ਵਧੀਆ ਪਰਫੋਰਮ ਕਰਦੇ ਆ ਚਾਹੇ ਉਹਨਾਂ ਦਾ ਡਾਟਾ ਇਹ ਹੈ। ਇਹ ਕਹਿੰਦੇ ਕਿ ਡਾਟਾ ਡਿਸੈਪਟਿਵ ਆ ਜਿਹਦੇ ਕਰਕੇ ਉਹ ਵਧੀਆ ਪਰਫੋਰਮ ਕਰਦੇ ਆ। ਜਸਟ ਸਟੇਟਮੈਂਟ ਨੂੰ ਓਪੋਜ਼ਿਟ ਕਰਕੇ ਉਹਨਾਂ ਨੇ ਲਿਖਿਆ ਸੀਗਾ। ਦੇਖੋ ਪਿੱਛੇ ਸਾਨੂੰ ਐਗਜ਼ਾਮੀਨੇਸ਼ਨ ਦੀ ਗੱਲ ਪਹਿਲਾਂ ਲਿਖੀ ਸੀਗੀ, ਸਟੈਟਿਕਸ ਦੀ ਬਾਅਦ ਦੇ ਵਿੱਚ ਲਿਖੀ ਸੀ। ਇੱਥੇ ਸਟੈਟਿਕਸ ਦੀ ਪਹਿਲਾਂ ਲਿਖੀ ਹੋਈ ਆ, ਐਗਜ਼ਾਮੀਨੇਸ਼ਨ ਦੀ ਬਾਅਦ ਦੇ ਵਿੱਚ ਲਿਖੀ ਹੋਈ ਆ, ਠੀਕ ਹੈ। ਲੇਕਿਨ ਸੀਗਾ ਕਿਵੇਂ ਦਾ, ਉਹਨਾਂ ਨੇ ਕਿਹਾ ਨਾ ਸਟੈਟਿਕਸ ਸੱਚ ਐਜ਼ ਥੀਜ਼ ਕੈਨ ਬੀ ਡਿਸੈਪਟਿਵ। ਸਟੈਟਿਕ ਕਿਵੇਂ ਦਾ ਆ, ਡਿਸੈਪਟਿਵ ਆ। ਵਨ ਆਫ ਦ ਐਡਵਾਂਟੇਜ ਆਫ ਪ੍ਰਾਈਵੇਟ ਸਕੂਲ ਇਜ਼ ਦੈਟ provide student with a better, more positivity environment that encourage them to dash themselves to their school work with more enthusiasm। मतलब ਕਹਿੰਦੇ ਕਿ ਉੱਥੇ ਉਹਨਾਂ ਨੂੰ ਪੋਜ਼ੀਟਿਵ ਇਨਵਾਇਰਮੈਂਟ ਮਿਲਦਾ ਆ। ਉਹ ਪੋਜ਼ੀਟਿਵ ਇਨਵਾਇਰਮੈਂਟ ਉਹਨਾਂ ਨੂੰ ਇਹ ਕਰਦਾ ਖੁਦ ਕਰਨ ਨੂੰ, ਠੀਕ ਹੈ। ਉਹ ਖੁਦ ਨੂੰ ਇਹ ਕਰਦੇ ਆ। ਆਪਾਂ ਦੇਖਣਾ ਕਰਦੇ ਕੀ ਹੈਗੇ ਆ ਸਕੂਲ ਵਰਕ ਦੇ ਵਿੱਚ, ਖੁਦ ਨੂੰ ਉਹ ਕੀ ਕਰਦੇ ਆ ਉਹ ਆਪਾਂ ਦੇਖਾਂਗੇ। ਹੁਣ ਇੱਥੇ ਆਪਾਂ ਨੂੰ ਨਿਊ ਵਰਡ ਕਿਹੜਾ ਮਿਲਿਆ, ਇਨਵਾਇਰਮੈਂਟ, ਠੀਕ ਹੈ। ਜਿੱਥੇ ਇਨਵਾਇਰਮੈਂਟ ਦੀ ਸਕੂਲ ਵਰਕ ਦੀ ਗੱਲ ਸਾਨੂੰ ਮਿਲੇਗੀ ਉਹ ਹੋਏਗੀ ਆਪਣੀ ਲੋਕੇਸ਼ਨ। ਆ ਰਿਹਾ ਸਕੂਲ ਵਰਕ, ਆ ਰਿਹਾ ਇਨਵਾਇਰਮੈਂਟ। ਸੋ ਖੁਦ ਨੂੰ ਕੀ ਕਰ ਰਹੇ ਆ ਉਹ ਤੁਸੀਂ ਫਾਈਂਡ ਆਊਟ ਕਰਨਾ ਹੈਗਾ। ਅਪਲਾਈ ਦੈਮਸੈਲਫ, ਉਹ ਖੁਦ ਨੂੰ ਅਪਲਾਈ ਕਰਦੇ ਆ, ਠੀਕ ਹੈ। ਉੱਥੇ ਸਾਨੂੰ
ਐਂਥੂਸੀਆਜ਼ਮ ਗਿਵਨ ਸੀ, ਇੱਥੇ ਡਿਲੀਜੈਂਟਲੀ ਗਿਵਨ ਆ, ਸਕੂਲ ਵਰਕ ਡਾਇਰੈਕਟ ਮਿਲ ਗਿਆ, ਇਨਵਾਇਰਮੈਂਟ ਵੀ ਡਾਇਰੈਕਟ ਮਿਲ ਗਿਆ। ਸੋ ਕਹਿੰਦੇ ਕਰਦੇ ਕੀ ਹੈਗੇ ਆ, ਉਹ ਕਹਿੰਦੇ ਅਪਲਾਈ ਕਰਦੇ ਆ ਖੁਦ ਨੂੰ ਸਕੂਲ ਵਰਕ ਦੇ ਵਿੱਚ। A lot of not very well off parents make huge sacrifice for their children's dash। ਕਹਿੰਦੇ ਕਿ ਪੇਰੈਂਟਸ ਉਹਨਾਂ ਦੀ ਇੰਨੀ ਹਾਈ ਫਾਈ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ ਆ, ਉਹ ਕੀ ਕਰ ਰਹੀ ਆ, ਬਹੁਤ ਜ਼ਿਆਦਾ ਸੈਕਰੀਫਾਈ ਕਰ ਰਿਹਾ ਆਪਣੇ ਬੱਚਿਆਂ ਦੀ ਇਹ ਚੀਜ਼ ਕਰਕੇ। ਆਪਾਂ ਦੇਖਣਾ ਕਿ ਬੱਚਿਆਂ ਦੀ ਕਿਹੜੀ ਚੀਜ਼ ਕਰਕੇ ਉਹ ਇੰਨਾ ਜ਼ਿਆਦਾ ਸੈਕਰੀਫਾਈ ਕਰ ਰਹੀ ਆ। ਸੋ ਆਪਣੇ ਕੋਲ ਨਿਊ ਵਰਡ ਕੀ ਆ, ਪੇਰੈਂਟਸ ਸੈਕਰੀਫਾਈ। ਜਿੱਥੇ ਸਾਨੂੰ ਇਹਨਾਂ ਦੀ ਗੱਲ ਮਿਲ ਗਈ ਉਹ ਆਪਣਾ ਹੋਊਗਾ ਆਨਸਰ, ਠੀਕ ਹੈ। ਉੱਥੇ ਸੀਗਾ ਨੋਟ ਪੇਡ ਆਫ, ਇੱਥੇ ਕੀ ਆ ਨੋਟ ਵੈਲਦੀ। ਸੈਕਰੀਫਾਈਸ ਵੀ ਸਾਨੂੰ ਡਾਇਰੈਕਟ ਮਿਲ ਗਿਆ। ਕਾਹਦੇ ਵਾਸਤੇ ਸੈਕਰੀਫਾਈ ਕਰ ਰਹੇ ਆ, ਬੱਚਿਆਂ ਦੀ ਕਿਹੜੀ ਚੀਜ਼ ਵਾਸਤੇ, ਉਹ ਦੱਸੋ। ਆਨਸਰ ਸਕੂਲਿੰਗ ਹੀ ਆ, ਠੀਕ ਹੈ। ਉਹ ਕਾਹਦੇ ਵਾਸਤੇ ਕਰ ਰਹੇ ਆ, ਬੱਚਿਆਂ ਦੀ ਸਕੂਲਿੰਗ ਵਾਸਤੇ ਸੈਕਰੀਫਾਈ ਕਰਦੇ ਆ। ਸੋ ਆਨਸਰ ਕੀ ਆ ਗਿਆ, ਸਕੂਲਿੰਗ। ਅਨਫੋਰਚੂਨੇਟਲੀ ਮੈਨੀ ਸਟੇਟ ਸਕੂਲ ਬਿਲਡਿੰਗ ਸਮਟਾਈਮ ਹੈਵ ਦ ਅਪੀਅਰੈਂਸ ਆਫ ਐਨ ਇੰਡਸਟਰੀਅਲ ਡੈਸ਼। ਕਹਿੰਦੇ ਕਿ ਕਾਫੀ ਜ਼ਿਆਦਾ ਸਟੇਟ ਸਕੂਲਸ ਦੀ ਬਿਲਡਿੰਗਸ ਆ ਨਾ, ਉਹ ਕਦੀ ਕਦੀ ਇੰਡਸਟਰੀ ਦੀ ਇਹ ਚੀਜ਼ ਵਾਂਗ ਲੱਗਦੀ ਆ। ਆਪਾਂ ਦੇਖਣਾ ਕਿ ਇੰਡਸਟਰੀ ਦੀ ਕਿਹੜੀ ਚੀਜ਼ ਵਾਂਗ ਲੱਗਦੀ ਆ, ਉਹ ਆਪਣਾ ਆਨਸਰ ਹੋਊਗਾ। ਹੁਣ ਇੱਥੇ ਆਪਾਂ ਦੇਖਦੇ ਹਾਂ ਇੰਡਸਟਰੀਅਲ ਸਾਨੂੰ ਨਿਊ ਵਰਡ ਮਿਲਿਆ ਹੈਗਾ। ਸਕੂਲ ਤਾਂ ਆਪਾਂ ਉੱਪਰ ਵੀ ਬਹੁਤ ਜ਼ਿਆਦਾ ਗੱਲ ਕਰਕੇ ਆ ਗਏ ਹਾਂ, ਬਟ ਆਪਾਂ ਦੇਖਣਾ ਕਿ ਇੰਡਸਟਰੀ ਦੀ ਗੱਲ ਕਿੱਥੇ ਹੋ ਰਹੀ ਆ। ਸੋ ਲੈਟਸ ਫਾਈਂਡ ਆਊਟ। ਲਾਸਟ ਪੈਸੇਜ ਈ। ਯੈਸ, ਏਰੀਆ ਲਾਸਟ ਦੇ ਵਿੱਚ ਇੰਡਸਟਰੀਅਲ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਉਹ ਕਿਹਦੇ ਵਾਂਗ ਲੱਗਦੀਆਂ ਸੀ, ਆਨਸਰ ਦੱਸੋ। ਯੈਸ, ਇੰਡਸਟਰੀ ਦੀ ਸ਼ੈੱਡ ਵਾਂਗ ਦਿਖਦੀਆਂ ਸੀ। ਸੋ ਇਹਦਾ ਆਨਸਰ ਆਊਗਾ ਸ਼ੈੱਡ। ਹੁਣ ਰੂਲ ਸਮਝ ਲਓ, ਕਰਨਾ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਦੇਖਣਾ ਆ ਆਨਸਰ ਕਿੰਨੇ ਵਰਡਸ ਦੇ ਵਿੱਚ ਆ। ਜਦੋਂ ਉਹ ਦੇਖ ਲਿਆ, ਕੁਐਸਚਨ ਨੂੰ ਅੰਡਰਸਟੈਂਡ ਕਰਨਾ ਹੈ, ਰੀਡ ਕਰਕੇ ਕੁਐਸਚਨ ਨੂੰ ਅੰਡਰਸਟੈਂਡ ਕਰਨਾ ਕਿ ਕੁਐਸਚਨ ਦੀ ਡਿਮਾਂਡ ਕੀ ਹੈ, ਕੁਐਸਚਨ ਤੁਹਾਨੂੰ ਪੁੱਛ ਕੀ ਰਿਹਾ ਹੈ। ਜਦੋਂ ਤੁਹਾਨੂੰ ਉਹ ਚੀਜ਼ ਅੰਡਰਸਟੈਂਡ ਹੋ ਗਈ, ਦੈਨ ਕੀਵਰਡ ਨੂੰ ਮਾਰਕ ਕਰੋ। ਮੈਂ ਦੱਸ ਦਿੱਤਾ ਨਾ ਕੀਵਰਡ ਕਿਵੇਂ ਮਾਰਕ ਕਰਨਾ, ਕੱਲ੍ਹ ਵੀ ਦੱਸਿਆ ਸੀ ਕਿ ਜਿਹੜਾ ਨਿਊ ਵਰਡ ਤੁਹਾਨੂੰ ਮਿਲੀ ਜਾ ਰਿਹਾ ਹੈ ਕੁਐਸਚਨਸ ਦੇ ਵਿੱਚ, ਉਹ ਆਪਣਾ ਕੀਵਰਡ ਹੈਗਾ ਆ ਜਸਟ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਲੋਕੇਸ਼ਨ 'ਤੇ ਚਲ ਗਏ। ਜੇ ਤੁਹਾਨੂੰ ਕੁਐਸਚਨ ਵਧੀਆ ਤਰੀਕੇ ਨਾਲ ਅੰਡਰਸਟੈਂਡ ਹੋਊਗਾ, ਦੈਨ ਤੁਹਾਨੂੰ ਪਿੱਛੇ ਆਨਸਰ ਮਿਲੂਗਾ। ਜੇ ਤੁਹਾਨੂੰ ਕੁਐਸਚਨ ਹੀ ਵਧੀਆ ਤਰੀਕੇ ਨਾਲ ਅੰਡਰਸਟੈਂਡ, ਤਾਂ ਤੁਹਾਨੂੰ ਕਦੇ ਵੀ ਜਿਹੜਾ ਆ ਆਨਸਰ ਆ ਉਹ ਐਕੂਰੇਟ ਨਹੀਂ ਮਿਲੂਗਾ। ਜਦੋਂ ਵੀ ਆਪਾਂ ਨੂੰ ਇਹ ਵਾਲੀ ਟਾਈਪ ਆ ਜਾਂਦੀ ਆ, ਸੋ ਸਭ ਤੋਂ ਪਹਿਲਾ ਸਟੈਪ ਆਪਣਾ ਇਹਦੇ ਵਿੱਚ ਬੇਸਿਕਲੀ ਇਹੀ ਹੁੰਦਾ ਆ ਕਿ ਆਪਾਂ ਦੇਖਣਾ ਕਿ ਸਾਨੂੰ ਕੀ ਕੀ ਚੀਜ਼ ਗਿਵਨ ਹੈਗੀ ਆ। ਦੇਖੋ ਇੰਸਟਰਕਸ਼ਨਸ ਆ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਆ। ਸਭ ਤੋਂ ਪਹਿਲਾਂ ਰੀਡ ਕਰਨਾ, no more than 2 words, ਮਤਲਬ ਜਿਹੜਾ ਆਨਸਰ ਆ ਉਹ 1 ਵਰਡ ਵੀ ਆ ਸਕਦਾ ਆ, 2 words ਵੀ ਆ ਸਕਦਾ ਆ, ਬਟ 2 words ਤੋਂ ਜ਼ਿਆਦਾ ਨਹੀਂ ਆਊਗਾ, ਠੀਕ ਹੈ। ਸੋ ਦੇਖੋ ਸਭ ਤੋਂ ਪਹਿਲਾਂ ਆਪਾਂ ਅੰਡਰਲਾਈਨ ਕਰਾਂਗੇ ਕਮਰਸ਼ੀਅਲ ਏਰੀਆ। ਇਹ ਸਾਰਾ ਕੁਛ ਸੀਕੁਐਂਸ ਦੇ ਵਿੱਚ ਚੱਲੂਗਾ। ਪਹਿਲਾਂ ਉਹ ਕਮਰਸ਼ੀਅਲ ਏਰੀਆ ਦੀ ਗੱਲ ਕਰੇਗਾ, ਫਿਰ ਫੀਚਰਸ ਦੀ, ਫਿਰ ਸਾਈਜ਼ ਦੀ, ਫਿਰ ਪ੍ਰੋਬਲਮ ਦੀ। ਮਤਲਬ ਸਾਰੀ ਜਿਹੜੀ ਲਿਸਨਿੰਗ ਆ ਉਹ ਸਟੈਪ ਬਾਏ ਸਟੈਪ ਹੀ ਚੱਲਦੀ ਆ। ਪਹਿਲਾ ਕੀ ਆ, ਕਮਰਸ਼ੀਅਲ ਏਰੀਆਸ।
ਪਹਿਲਾਂ ਉਹ ਰਾਈਟਰ ਜਿਹੜੇ ਹੈਗੇ ਆ ਉਹ ਗੱਲ ਕਰਨਗੇ ਕਮਰਸ਼ੀਅਲ ਏਰੀਆ ਦੀ, ਫਿਰ ਉਹ ਦੈਨ ਸਵਿਚ ਹੋਣਗੇ ਨਿਊ ਫੀਚਰਸ 'ਤੇ, ਮਤਲਬ ਸਟੈਪ ਬਾਏ ਸਟੈਪ ਚੱਲੂਗੀ। ਇੱਦਾਂ ਨਹੀਂ ਆ ਕਿ ਸਿੱਧਾ ਹੀ ਉਹ ਨਿਊ ਫੀਚਰ ਦੀ ਗੱਲ ਕਰ ਦੇਣ, ਇੱਦਾਂ ਨਹੀਂ। ਪਹਿਲਾਂ ਕਮਰਸ਼ੀਅਲ ਏਰੀਆ ਦੀ ਹੀ ਗੱਲ ਕਰਨਗੇ, ਫਿਰ ਨਿਊ ਫੀਚਰ ਦੀ, ਫਿਰ ਸਾਈਜ਼ ਦੀ, ਦੈਨ ਪ੍ਰੋਬਲਮ ਦੀ। ਹਮੇਸ਼ਾ ਸੀਕੁਐਂਸ ਦੇ ਵਿੱਚ ਚੱਲਦੀ ਆ। ਸੋ ਦੇਖੋ ਹੁਣ ਆਪਾਂ ਸਭ ਤੋਂ ਪਹਿਲਾਂ ਕੀਵਰਡਸ ਨੂੰ ਮਾਰਕ ਕਰਦੇ ਹਾਂ ਕਿ ਕਿਹੜੇ ਕਿਹੜੇ ਕੀਵਰਡਸ ਆ। ਸੋ ਦੇਖੋ ਕਮਰਸ਼ੀਅਲ ਏਰੀਆ ਸਾਡਾ ਕੀਵਰਡ ਆ। ਰੂਫ ਵਿਲ ਹੈਵ, ਰੂਫ 'ਤੇ ਕੀ ਹੋਊਗਾ, ਕੀਵਰਡ ਹੋ ਗਿਆ ਰੂਫ, ਠੀਕ ਹੈ। ਸਾਈਜ਼ ਦੇਖਣਾ ਆ, ਡੈਸ਼ ਆਫ ਕਰੰਟ ਏਰੀਆ, ਸੋ ਕਿੰਨਾ ਆ ਕਰੰਟ ਏਰੀਆ ਆਪਣਾ ਕੀਵਰਡ ਹੋ ਗਿਆ। ਡੈਸ਼ ਵਿਲ ਬੀ ਲਿਮਿਟਡ ਟੂ ਆਊਟਸਕਰਟ, ਕਿਹੜੀ ਚੀਜ਼ ਲਿਮਿਟਡ ਹੋਊਗੀ, ਆਊਟਸਕਰਟ ਅਤੇ ਲਿਮਿਟਡ ਆਪਣਾ ਕੀਵਰਡ ਹੋ ਗਿਆ। ਕਿਹੜੀ ਚੀਜ਼ ਹੋਊਗੀ ਲਿਮਿਟਡ ਉਹ ਆਪਾਂ ਦੇਖਣਾ ਆ। ਪ੍ਰੋਬਲਮ ਆ, ਇਹ ਪ੍ਰੋਬਲਮਸ ਦੱਸੀਆਂ ਹੋ ਗਈਆਂ ਕਿ ਆਊਟਸਕਰਟ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ। ਰੈਜ਼ੀਡੈਂਸ਼ੀਅਲ ਏਰੀਆ ਦਾ ਫੀਚਰ ਕੀ ਆ ਕਿ ਜਿਹੜੇ ਘਰ ਆ ਉਹ ਕਿਸ ਚੀਜ਼ ਦੇ ਬਣੇ ਹੋਏ ਆ ਉਹ ਆਪਾਂ ਦੇਖਾਂਗੇ। ਸੋ ਹੋਮ ਆਪਣਾ ਕੀਵਰਡ ਹੋ ਗਿਆ। ਪ੍ਰੋਬਲਮ ਕੀ ਆ, ਪ੍ਰੋਵਾਈਡਿੰਗ ਇਨਫ ਹਾਊਸਿੰਗ ਫॉर ਡੈਸ਼, ਹਾਊਸਿੰਗ ਕਿਹਦੇ ਵਾਸਤੇ ਪ੍ਰੋਵਾਈਡ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਆਪਾਂ ਉਹ ਦੇਖਾਂਗੇ। ਕੀਵਰਡ ਕੀ ਹੋ ਗਿਆ, ਹਾਊਸ। ਐਨਰਜੀ ਸੋਰਸ ਨੂੰ ਦੈਨ ਉਹ ਬੋਲਣਗੇ ਡੈਸ਼ ਵਿਲ ਬੀ ਦਾ ਐਨਰਜੀ ਸੋਰਸ, ਆਪਾਂ ਦੇਖਣਾ ਕਿਹੜੀ ਚੀਜ਼ ਐਨਰਜੀ ਸੋਰਸ ਦੀ ਤਰ੍ਹਾਂ ਕੰਮ ਕਰੂਗੀ। ਸੋ ਕੀਵਰਡ ਐਨਰਜੀ ਸੋਰਸ। ਨੋਇਜ਼ ਐਂਡ ਕੰਜੈਸ਼ਨ ਕੌਜ਼ਡ ਬਾਏ ਡੈਸ਼, ਨੋਇਜ਼ ਅਤੇ ਜਿਹੜਾ ਕੰਜੈਸ਼ਨ ਆ ਉਹ ਇਹਦੇ ਕਰਕੇ ਹੋ ਰਿਹਾ ਆ, ਆਪਾਂ ਦੇਖਣਾ ਕਿਹਦੇ ਕਰਕੇ ਨੋਇਜ਼ ਅਤੇ ਕੰਜੈਸ਼ਨ ਉੱਥੇ ਹੋ ਰਿਹਾ ਆ। ਦੈਨ ਕੀ ਆ, ਵਿਚ 3 ਟਾਈਪ ਆਫ ਅਕੋਮੋਡੇਸ਼ਨ ਡਜ਼ ਦ ਸਪੀਕਰ ਸੇ ਵਿਲ ਇਨਕਰੀਜ਼ ਇਨ ਦ ਸਿਟੀ ਸੈਂਟਰ, ਕਿਹੜੀਆਂ ਜਿਹੜੀਆਂ ਹੈਗੀਆਂ ਅਕੋਮੋਡੇਸ਼ਨ ਆ ਇਨਕਰੀਜ਼ ਹੋਣਗੀਆਂ ਸਿਟੀ ਸੈਂਟਰ ਦੇ ਵਿੱਚ, ਆਪਾਂ ਉਹ ਦੇਖਾਂਗੇ। ਅਤੇ ਇਹਦਾ ਵੀ ਆਨਸਰ ਨੋ ਮੋਰ ਦੈਨ 2 ਵਰਡਸ ਆ। ਹੁਣ ਮੈਂ ਤੁਹਾਨੂੰ ਸ਼ੋ ਕਰਦੀ ਹਾਂ, ਦੈਨ ਤੁਹਾਨੂੰ ਜ਼ਿਆਦਾ ਕਲੈਰਿਟੀ ਆ ਇਸ ਚੀਜ਼ ਦੀ ਆਊਗੀ। First, you have some time to look at questions 31 to 40. ਇਹ ਟਾਈਮ ਦੇ ਵਿੱਚ ਸਾਰਾ ਤੁਸੀਂ ਰੀਡ ਕਰਕੇ ਕੀਵਰਡ ਨੂੰ ਮਾਰਕ ਕਰ ਲੈਣਾ, ਜਿਵੇਂ ਰੂਫ, ਕਰੰਟ ਏਰੀਆ, ਆਊਟਸਕਰਟ, ਹੋਮਸ, ਹਾਊਸਿੰਗ, ਐਨਰਜੀ ਸੋਰਸ, ਨੋਇਜ਼, ਕੰਜੈਸ਼ਨ, ਠੀਕ ਹੈ। ਇਹ ਸਾਰੇ ਕੀਵਰਡਸ ਤੁਸੀਂ ਇਸ ਟਾਈਮ ਦੇ ਵਿੱਚ ਮਾਰਕ ਕਰਨਾ, ਇਹਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ ਹੈ। Okay, we've been looking at how societies will develop in the future and at the increase in the size of cities. So I want to talk to you today about the key considerations in these cities of the future. There are 3 key elements I want to look at, and these are the new features they will have, issues of size, and the main problems to be considered. First of all, individual transportation will be a big factor in these new megacities as public transport becomes unmanageable. There'll be a huge rise in the use of segways, which are personal transporters like motorized scooters. As a result, and partly also to reduce pollution, roads will be altered so that they are narrower and will take up less of a city's space than they do currently. Naturally, this is a major change to the infrastructure, and something that may hinder it is the huge amount of investment it will require. The next thing is, what is going to happen to the commercial areas? We do not want these to become even larger concrete jungles than they are at present, so we have to look at design. And current designs for city development include building gardens on the roofs of these buildings. ਹਾਂਜੀ, ਕੀ ਚੀਜ਼ ਆਊਗਾ ਰੂਫ ਦੇ ਉੱਤੇ, ਗਾਰਡਨਸ ਔਨ ਦ ਰੂਫ ਆਫ ਦੀਜ਼ ਬਿਲਡਿੰਗਸ, ਮਤਲਬ ਰੂਫ ਦੇ ਉੱਤੇ ਕੀ ਹੋਣਗੇ, ਰੂਫ ਦੇ ਉੱਤੇ ਗਾਰਡਨਸ ਹੋਣਗੇ। ਸੋ ਆਪਣਾ ਫਸਟ ਆਨਸਰ ਆ ਗਾਰਡਨਸ। ਕੁਐਸਚਨ ਵੀ ਇਹੀ ਸੀ ਕਿ ਰੂਫ ਦੇ ਉੱਤੇ ਕਿਹੜੀ ਚੀਜ਼ ਹੋਊਗੀ, ਸੋ ਕਹਿੰਦੇ ਗਾਰਡਨਸ ਹੋਣਗੇ ਰੂਫ ਦੇ ਉੱਤੇ। ਹੁਣ ਆਪਾਂ ਦੇਖਣਾ ਸਾਈਜ਼ ਕਿੰਨਾ ਆ ਉਹਦਾ, ਸਾਈਜ਼ ਦੇਖਿਓ ਹੁਣ। To make a more pleasant environment for workers. And you may think that these areas will expand to cope with increased commercial activity. In fact, the prediction is that they will cover 1/5 of the area that they do at present. ਹਾਂਜੀ, ਕਿੰਨਾ ਸਾਈਜ਼ ਹੋਊਗਾ ਉਹਨਾਂ ਦਾ, 1/5 ਹੋਊਗਾ ਉਹਨਾਂ ਦਾ ਕਰੰਟ ਏਰੀਆ। ਇੱਥੇ ਉਹਨਾਂ ਨੇ ਬੋਲਿਆ ਪ੍ਰੈਜੈਂਟ ਏਰੀਆ, ਠੀਕ ਹੈ। ਕਰੰਟ ਅਤੇ ਪ੍ਰੈਜੈਂਟ ਕੀ ਆ, ਇੱਕ ਦੂਜੇ ਦੇ
ਸਿਨੋਨਿਮ ਹੈਗੇ ਆ, ਲੇਕਿਨ ਸਾਈਜ਼ ਕਿੰਨਾ ਹੋਊਗਾ 1/5 ਹੋਊਗਾ। ਸੋ ਸੈਕਿੰਡ ਆਨਸਰ ਆ 1/5। ਹੁਣ ਦੇਖਣਾ ਕਿਹੜੀ ਚੀਜ਼ ਪ੍ਰੋਬਲਮ ਕ੍ਰੀਏਟ ਕਰ ਰਹੀ ਆ ਆਊਟਸਕਰਟ ਦੇ ਵਿੱਚ। As we build upwards. The exception to this is shopping centres, which we predict will expand with more and more temperature-controlled malls. What may cause difficulties is that the superstores will be confined to the outer edges of the city. ਸੋ ਕਿਹੜੇ ਕਹਿੰਦੇ ਪ੍ਰੋਬਲਮ ਕ੍ਰੀਏਟ ਕਰਨਗੇ? ਸੋ ਉਹ ਹੈਗੇ ਆ ਕਹਿੰਦੇ ਸੁਪਰ ਸਟੋਰਸ, ਜੋ ਆਊਟਰ ਐਜਿਸ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਨਗੇ। ਇੱਥੇ ਆ ਆਊਟਸਕਰਟ, ਉਹਨਾਂ ਨੇ ਕੀ ਬੋਲਿਆ ਆਊਟ ਐਜਿਸ, ਠੀਕ ਹੈ, ਲੇਕਿਨ ਕਰਨਗੇ ਕੌਣ? ਉਹ ਹੈਗੇ ਆ ਸੁਪਰ ਸਟੋਰ। ਸੋ ਆਨਸਰ ਆ ਗਿਆ ਆਪਣਾ ਸੁਪਰ ਸਟੋਰ। ਨੈਕਸਟ ਆ ਰੈਜ਼ੀਡੈਂਸ਼ੀਅਲ ਏਰੀਆ। ਘਰ ਕਿਸ ਚੀਜ਼ ਦੇ ਬਣੇ ਹੋਏ ਆ, ਉਹ ਆਪਾਂ ਨੇ ਫਾਈਂਡ ਆਊਟ ਕਰਨਾ ਕਿ ਕਿਸ ਚੀਜ਼ ਦੇ ਹਾਊਸਿਸ ਆ ਉਹ ਬਣੇ ਹੋਏ ਆ। As they will be too big to fit into the new malls. Then, of course, there are the residential areas, and these will undergo their own changes. One particular development will be houses which are built from glass, as in ਹਾਊਸਿਸ ਆ ਜੋ ਕਿਸ ਚੀਜ਼ ਦੇ ਬਣੇ ਹੋਏ ਆ? ਗਲਾਸ ਦੇ ਬਣੇ ਹੋਏ ਆ। ਗਲਾਸ। ਹਾਂਜੀ, ਇੱਥੇ ਹੋਮਸ ਆ, ਇੱਥੇ ਉਹਨੇ ਹਾਊਸਿਸ ਵਰਡ ਯੂਜ਼ ਕੀਤਾ, ਲੇਕਿਨ ਬਣੇ ਕਿਸ ਚੀਜ਼ ਦੇ ਆ? ਉਹ ਆ ਗਲਾਸ। ਹੁਣ ਦੇਖਣਾ ਕਿ ਕਾਹਦੇ ਵਾਸਤੇ ਹਾਊਸਿੰਗ ਪ੍ਰੋਵਾਈਡ ਕੀਤੀ ਸੀ, ਦੇਖਦੇ ਆ। Innovations in this material allow it to provide light without causing problems with temperature inside a building. The residential areas will not be allowed to expand without limit, as happens in some areas at present, and their size will be restricted to a population of 15,000. One issue, which has yet to be resolved, and I'm not sure it ever will be, is how we manage to house older residents. ਕਿੰਨਾ ਵਾਸਤੇ ਆ? Old residents. ਹਾਂਜੀ, ਆਨਸਰ ਆ ਗਿਆ ਆਪਣਾ ਓਲਡ ਰੈਜ਼ੀਡੈਂਟਸ। ਕਿਹੜੀ ਉਹਨਾਂ ਦੀ એનર્ਜੀ ਸੋਰਸ ਆ ਉਹ ਬਣੂਗੀ, ਆਪਾਂ ਉਸ ਚੀਜ਼ ਨੂੰ ਫਾਈਂਡ ਆਊਟ ਕਰਾਂਗੇ ਕਿ ਕਿਹੜੀ ਚੀਜ਼ ਉਹਨਾਂ ਲਈ એનર્ਜੀ ਸੋਰਸ ਬਣੂਗੀ। Numbers as time goes on. Finally, how will these cities live? We know we have limited energy sources, so what will we do? Well, something currently in development, which will be a feature, is that waste is going to become an energy source. ਹਾਂਜੀ, ਵੇਸਟ ਬਣੂਗਾ એનર્ਜੀ ਸੋਰਸ। ਹਾਂਜੀ, ਹੁਣ ਦੇਖਣਾ ਕਿ ਜਿਹੜਾ ਨੋਇਜ਼ ਹੈ, ਕੰਜੈਸ਼ਨ ਆ, ਉਹ ਕਿਹਦੇ ਕਰਕੇ ਹੋ ਰਿਹਾ ਆ, ਉਹ ਦੇਖਣਾ ਕਿਹਦੇ ਕਰਕੇ ਨੋਇਜ਼ ਤੇ ਕੰਜੈਸ਼ਨ ਉੱਥੇ ਕ੍ਰੀਏਟ ਹੋ ਰਿਹਾ ਹੈ। For example, to provide gas in homes. Also, as new technology and systems are developed, we will find that energy plants will become smaller. Another energy source we could use, but one which raises issues of having enough space and too much noise, is wind farms. ਹਾਂਜੀ Wind farms. ਹਾਂਜੀ, ਹੁਣ ਦੇਖਣਾ ਆ ਕਿਹੜੀ ਅਕੋਮੋਡੇਸ਼ਨ ਸਿਟੀ ਸੈਂਟਰ ਦੇ ਵਿੱਚ ਇਨਕਰੀਜ਼ ਹੋਣਗੀਆਂ। 3 ਬੋਲੂਗਾ ਉਹ, ਦੇਖੋ ਕਿਹੜੀਆਂ 3 ਇਨਕਰੀਜ਼ ਹੋਣਗੀਆਂ ਫਿਊਚਰ ਦੇ ਵਿੱਚ ਸਿਟੀ ਸੈਂਟਰ 'ਚ। Single people and wealthier residents, and families tend to move to the outskirts. In the future, the centre of cities will see a dramatic change. We will see many more examples of cooperative buildings. ਆਪਰੇਟਿਵ ਬਿਲਡਿੰਗਸ ਜਿਹੜੀਆਂ ਆ ਉਹ ਇਨਕਰੀਜ਼ ਹੋਣਗੀਆਂ। ਦੇਖਣੀ ਆ ਕਿ ਹੋਰ ਕਿਹੜੀ ਅਕੋਮੋਡੇਸ਼ਨ ਇਨਕਰੀਜ਼ ਹੋਊਗੀ ਫਿਊਚਰ ਦੇ ਵਿੱਚ। Where people join together to form a company that owns the building they live in. And despite continuing shortages, there will also be a rise in the provision of retirement homes in city centres, so that the ਦੂਸਰਾ ਕਿਹੜਾ ਆ ਇਨਕਰੀਜ਼ ਹੋਊਗਾ? ਰਿਟਾਇਰਮੈਂਟ ਹੋਮ। Homes. ਹਾਂਜੀ, ਹੁਣ ਲਾਸਟ ਦੇਖਿਓ ਕਿਹੜੀ ਟਾਈਪ ਆ ਜਿਹੜੀ ਫਿਊਚਰ ਦੇ ਵਿੱਚ ਇਨਕਰੀਜ਼ ਹੋਊਗੀ ਸਿਟੀ 'ਚ। elderly can have easy access to hospitals and shops. Recently, we have seen a levelling off in the growth of private housing, and I think that will not change. But we are likely to see more social housing, as far fewer people. ਹਾਂਜੀ Social housing. ਹਾਂਜੀ, ਪ੍ਰਾਈਵੇਟ ਦੇ ਵਿੱਚ ਕਹਿੰਦੇ ਕੋਈ ਚੇਂਜ ਨਹੀਂ ਆਉਣਾ ਆ, ਬਟ ਜਿਹੜਾ ਸੋਸ਼ਲ ਹਾਊਸਿੰਗ ਆ
ਉਹ ਜ਼ਰੂਰ ਸਾਨੂੰ ਫਿਊਚਰ ਦੇ ਵਿੱਚ ਦੇਖਣ ਨੂੰ ਮਿਲਣਗੇ ਜ਼ਿਆਦਾ, ਠੀਕ ਹੈ। ਸੋ ਜਦੋਂ ਵੀ ਤੁਹਾਨੂੰ ਇਵੇਂ ਦੀਆਂ ਟਾਈਪਸ ਆ ਜਾਂਦੀਆਂ ਆ, ਸੋ ਫਸਟ ਆਫ ਆਲ ਤੁਸੀਂ ਕੀ ਕਰਨਾ ਆ, ਇੰਸਟਰਕਸ਼ਨਸ ਨੂੰ ਰੀਡ ਆਊਟ ਕਰਨਾ ਕਿ ਇੰਸਟਰਕਸ਼ਨ ਦੇ ਵਿੱਚ ਕੀ ਬੋਲਿਆ ਹੋਇਆ ਹੈ। ਜਿਵੇਂ ਇੱਥੇ ਆ ਕਿ 2 ਵਰਡਸ ਤੋਂ ਜ਼ਿਆਦਾ ਆਨਸਰ ਨਹੀਂ ਆਊਗਾ, ਸੋ ਆਨਸਰ 1 ਵਰਡ ਵੀ ਆ ਸਕਦਾ ਆ, 2 ਵਰਡ ਵੀ ਆ ਸਕਦਾ ਆ। ਉਸ ਤੋਂ ਬਾਅਦ ਤੁਸੀਂ ਕੀਵਰਡ ਨੂੰ ਮਾਰਕ ਕਰਨਾ ਹੈ। ਜਿਵੇਂ ਮੈਂ ਨਾਲ ਕੁਐਸਚਨ ਨੂੰ ਰੀਡ ਕੀਤਾ, ਨਾਲ ਹੀ ਮੈਂ ਕੀਵਰਡ ਨੂੰ ਮਾਰਕ ਕਰੀ ਜਾ ਰਹੀ ਸੀ। ਜਿਵੇਂ ਰੂਫ ਵਿਲ ਹੈਵ, ਰੂਫ 'ਤੇ ਕੀ ਹੋਊਗਾ, ਕੀਵਰਡ ਰੂਫ। ਡੈਸ਼ ਆਫ ਕਰੰਟ ਏਰੀਆ ਸਾਈਜ਼ ਦੇਖਣਾ ਆ। ਡੈਸ਼ ਵਿਲ ਬੀ ਲਿਮਿਟਡ ਟੂ ਆਊਟਸਕਰਟ ਮੇਰਾ ਹੋ ਗਿਆ ਕੀਵਰਡ। ਦੈਨ ਉਸ ਤੋਂ ਬਾਅਦ ਮੈਂ ਇਹ ਵੀ ਰੀਡ ਕੀਤਾ, ਹੋਮਸ ਮੇਡ ਆਫ ਡੈਸ਼, ਹੋਮਸ ਮੇਰਾ ਕੀਵਰਡ ਹੋ ਗਿਆ। ਦੈਨ ਹਾਊਸਿੰਗ ਮੇਰਾ ਕੀਵਰਡ ਹੋ ਗਿਆ। ਐਵੇਂ ਤੁਸੀਂ ਕੀਵਰਡ ਨੂੰ ਮਾਰਕ ਕਰੋਗੇ, ਦੈਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਫਿਰ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ ਅਪ ਹੋਣੇ ਸ਼ੁਰੂ ਹੋਣੇ ਹੈਗੇ ਹੈ, ਜੇ ਤੁਸੀਂ ਇਸ ਤਰੀਕੇ ਨਾਲ ਕਰਦੇ ਹੋ। ਐਂਡ ਆਨਸਰ ਲਿਸਨਿੰਗ ਦੇ ਵੀ ਸੇਮ ਰੀਡਿੰਗ ਵਾਂਗ ਹੀ ਟ੍ਰਾਂਸਫਰ ਕਰਨੇ ਆ। ਜਿਵੇਂ ਸੈਂਟਰ ਦੇ ਵਿੱਚ ਲਿਖਣਾ ਆ, ਠੀਕ ਹੈ, ਕੁਛ ਵੀ ਇੱਥੇ ਤੁਸੀਂ ਲਿਖਣਾ ਆ ਉਹ ਕੈਪੀਟਲ ਲੈਟਰਸ ਹੋਣੇ ਚਾਹੀਦੇ ਆ। ਐਂਡ ਸੈਂਟਰ ਦੇ ਵਿੱਚ ਲਿਖਣਾ, ਸਪੋਜ਼ ਕਰੋ ਮੈਂ ਨਿਊ ਲਿਖਣਾ ਆ ਤਾਂ ਮੈਂ ਇਸ ਤਰੀਕੇ ਨਾਲ ਲਿਖੂੰਗੀ, ਸੈਂਟਰ ਦੇ ਵਿੱਚ, ਨਾ ਉੱਪਰ ਵਾਲੀ ਲਾਈਨ ਨਾਲ ਟੱਚ ਹੋਵੇ, ਨਾ ਥੱਲੇ ਵਾਲੀ ਲਾਈਨ ਨਾਲ ਟੱਚ ਹੋਵੇ। ਜੇ ਟੱਚ ਹੋ ਗਿਆ ਸੋ ਉਹ ਗਲਤ ਹੋਊਗਾ। ਸੈਂਟਰ ਦੇ ਵਿੱਚ ਲਿਖਣਾ ਆ ਐਂਡ ਕੈਪੀਟਲ ਲੈਟਰਸ ਦੇ ਨਾਲ ਲਿਖਣਾ ਆ।